ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 23 ਫਰਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾਂ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਚਾਨਣ ਨਹੀਂ ਬਲਕਿ ਪਾਣੀ ਪਾਉਣਾ ਪੈਣਾ। ਉਹ ਖਬਰ ਲਾਹੌਰ ਤੋਂ ਹੈ ਔਰ ਖਬਰ ਤਾਂ ਤੁਹਾਨੂੰ ਅਸੀਂ ਦੇ ਚੁੱਕੇ ਹਾਂ ਪਹਿਲਾਂ ਹੀ ਵੀ ਜਿਹੜਾ ਮੀਂਹ ਵਸਿਆ ਸੀ ਲਾਹੌਰ ਦੇ ਵਿੱਚ ਤੇ ਬਾਜੀ ਨੇ 12 ਤੋਂ 15 ਕਰੋੜ ਰੁਪਈਆ ਲਾਇਆ ਸੀ ਤੇ ਲਾ ਕੇ ਤੇ ਇੱਕ ਸੜਕ ਨੂੰ ਰੰਗ ਕਰਵਾਇਆ ਸੀ ਔਰ ਰੰਗ ਕਰਵਾਇਆ ਸੀ ਹਰਾ। ਉਹ ਤੁਸੀਂ ਇੱਕ ਗਾਣਾ ਤੇ ਸੁਣਿਆ ਹੀ ਹੋਏਗਾ ਹਿੰਦੁਸਤਾਨ ਦਾ, ਹਮ ਪਰ ਇਹ ਕਿਸਨੇ ਹਰਾ ਰੰਗ ਡਾਲਾ ਮਾਰ ਡਾਲਾ, ਸ਼ਾਇਦ ਇਸ ਤਰ੍ਹਾਂ ਦਾ ਕੋਈ ਗਾਣਾ ਸੀ। ਉਹ ਹੀ ਚੱਲਣ ਡਿਆ ਇਸ ਵੇਲੇ, ਮਾਰ ਹੀ ਡਾਲਿਆ ਆਵਾਮ ਨੂੰ। 12 ਤੋਂ 15 ਕਰੋੜ ਆਵਾਮ ਦਾ ਲੱਗਾ ਸੀ। ਆਖਿਆ ਸੀ ਜੀ ਇਹ ਸਾਈਕਲਾਂ ਵਾਲਿਆਂ ਵਾਸਤੇ ਜਿਹੜਾ ਉਹ ਲਾਈਨ ਬਣਾਈ ਹੈ, ਲੇਨ ਬਣਾਈ ਹੈ ਅਲੱਗ। ਉਹ ਜਿਹੜੀ ਲਾਈਨ ਬਣਾਈ, ਪੰਜਾਬੀ 'ਚ ਅਸੀਂ ਲੇਨ ਨੂੰ ਲਾਈਨ ਹੀ ਆਖਦੇ ਹਾਂ, ਅਤੇ ਉਹ ਜਿਹੜੀ ਲਾਈਨ ਬਣਾਈ ਹੈ ਉਹਦੇ 'ਤੇ ਹਰਾ ਰੰਗ ਕੀਤਾ ਸੀ। ਉਹ ਮੇਰਾ ਖਿਆਲ ਬਾਜੀ ਚੂਨਾ ਹੀ ਲਾ ਗਈ। ਖੈਰ ਉਹ ਮੀਂਹ ਵਸਿਆ ਜੇ ਇਸ ਵੇਲੇ, ਮੀਂਹ ਵਰਿਆ ਜਾਂ ਵਸਿਆ ਜਾਂ ਮੀਂਹ ਪਿਆ ਅਤੇ ਉਹ ਨਾਲ ਹੀ ਹਰ ਸ਼ੈ ਲੈ ਗਈ। ਉਹ ਇੰਝ ਹੀ ਸਾਬਤ ਹੋਇਆ ਜਿਵੇਂ ਕਿਸੇ ਮਾਠੀ ਜੀ ਕੰਪਨੀ ਦਾ ਮੇਕਅਪ ਕਰੇ ਬੰਦਾ ਅਤੇ ਜਾਂ ਬੁੱਢੀ ਕਰੇ ਜਾਂ ਬੰਦਾ ਕਰੇ ਅਤੇ ਬਾਹਰ ਜਾਵੇ ਬੰਦਾ ਮੀਂਹ ਦੇ ਵਿੱਚ ਅਤੇ ਮੀਂਹ ਪਵੇ ਅਤੇ ਉਹ ਫਿਰ ਚੋ ਜਾਂਦੀਆਂ ਨੇ। ਕਈ ਵਾਰੀ ਵੇਖੀਆਂ ਨਾ ਤੁਸੀਂ, ਉਹ ਫਿਰ ਬੰਦੇ ਨੂੰ ਖੌਫ ਆਉਂਦਾ, ਬੰਦਾ ਹੋਵੇ ਜਾਂ ਬੁੱਢੀ ਹੋਵੇ, ਜਿਹਨੇ ਵੀ ਕੀਤਾ ਹੋਵੇ ਮੇਕਅਪ। ਉਹ ਮੇਰਾ ਮਤਲਬ ਹੈ ਕਿ ਅੱਖਾਂ ਦੇ ਵਿੱਚੋਂ ਹਰ ਸ਼ੈ 'ਚੋਂ ਚੋ ਕੇ ਉਹ ਬੰਦਾ ਜਿਹੜਾ ਉਹ ਜਿੰਨੀ ਜਾਂ ਚੁੜੇਲ ਹੀ ਬਣਿਆ ਹੁੰਦਾ। ਉਹੀ ਕੰਮ ਬਾਜੀ ਨਾ ਹੋਇਆ। ਲੇਕਿਨ ਹੁਣ ਜਨਾਬ LDA ਦੀ ਕਮੇਟੀ ਬਣਾਤੀ। ਤੁਸੀਂ ਸੁਣਿਆ ਹੀ ਹੋਏਗਾ ਵੀ ਛੋਲਿਆਂ ਦੇ ਬੁੱਢ ਬੱਕਰਾ ਰਾਖਾ। ਹੁਣ ਜਿਹੜਾ ਕਰਪਸ਼ਨ ਕੀਤੀ ਉਹਨਾਂ ਦੀ ਕਮੇਟੀ ਬਣਾਤੀ। ਹੁਣ ਜ਼ਾਹਿਰ ਹੈ ਇਹਦੇ ਵਿੱਚੋਂ ਟੋਕਨ ਵਾਲਾ ਪੇਂਟ ਸੁਣਿਆ ਹੋਣਾ ਤੁਸੀਂ, ਉਹ ਡੱਬਿਆਂ ਦੇ ਵਿੱਚੋਂ ਟੋਕਨ ਵਾਲਾ ਪੇਂਟ ਜਿਹੜਾ ਹੁੰਦਾ ਸੀ, ਇੱਥੇ ਵੀ ਟੋਕਨ ਵਾਲਾ ਹੀ ਪੇਂਟ ਲੱਗਾ। ਮਤਲਬ ਕਿ ਇੱਥੋਂ ਵੀ ਕਿਸੇ ਦਾ ਟੋਕਨ ਨਿਕਲਿਆ ਹੈ, ਕਿਸੇ ਬਿਊਰੋਕਰੇਟ ਨੇ ਜਾਂ ਬਾਜੀ ਦੇ ਕਿਸੇ ਸਗੇ ਨੇ ਜ਼ਾਹਿਰ ਇਹਦੇ 'ਚੋਂ ਕਰਪਸ਼ਨ ਕੀਤੀ ਹੋਏਗੀ। ਹੁਣ ਕਮੇਟੀ ਬਣੀ ਹੈ, ਇਹ ਹੁਣੇ ਹੀ ਤੁਹਾਨੂੰ ਉਸ ਕਮੇਟੀ ਦਾ ਦੱਸ ਦਿੰਦੇ ਹਾਂ ਅੰਜਾਮ। ਇਹਦੀਆਂ 2-3 ਮੀਟਿੰਗਸ ਹੋਣਗੀਆਂ ਅਤੇ ਇੱਧਰ ਉੱਧਰ ਕਰਕੇ ਅਤੇ ਫਿਰ ਇਹਦੇ ਵਿੱਚ ਆਖਿਆ ਜਾਏਗਾ ਕਿ ਜੀ ਪੇਂਟ ਸਪਲਾਈ ਸਹੀ ਨਹੀਂ ਹੋਇਆ ਅਤੇ ਹੁਣ ਅਸੀਂ ਉਸ ਠੇਕੇਦਾਰ ਨੂੰ ਕਿਹਾ ਦੋਹਰੇ ਪੇਂਟ ਕਰ ਦਿੱਤੇ। ਉਹਨੇ ਦੋਹਰੇ ਪੇਂਟ ਕਰ ਦਿੱਤਾ। ਉਹ ਪੇਂਟ ਫਿਰ ਲੱਥ ਜਾਣਾ 2-3 ਮਹੀਨੇ ਬਾਅਦ, ਲੇਕਿਨ ਫਾਈਲ ਦਾ ਦਰਵਾਜ਼ਾ ਜਿਹੜਾ ਉਹ ਬੰਦ ਹੋ ਜਾਣਾ। ਅੱਛਾ, ਹੁਣ ਤੁਸੀਂ ਸੋਚਦੇ ਹੋਗੇ ਵੀ ਇਹ ਕੰਮ ਇਹਨਾਂ ਨੇ ਪਾਇਆ ਕੀ ਹੈ। ਤੁਸੀਂ ਇੱਕ ਪੰਜਾਬੀ ਜਿਹੜੇ ਸਿਆਣੇ ਬੰਦੇ ਗੱਲਾਂ ਕਰ ਗਏ ਨਾ, ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਵੀ ਉਹ ਗੱਲਾਂ ਬੜੀਆਂ ਡਾਢੀਆਂ ਹੁੰਦੀਆਂ ਨੇ, ਲੇਕਿਨ ਸਾਨੂੰ ਲੱਗਦਾ ਵੀ ਉਹ ਆਮ ਜੀਆਂ ਗੱਲਾਂ ਨੇ। ਬਸ ਸਿਆਣੇ ਆਖ ਗਏ ਨੇ ਵੀ ਥੁੱਕ 'ਚ ਪਕੌੜੇ ਕੱਢਣੇ। ਗੰਦੀ ਜੀ ਗੱਲ ਲੱਗਦੀ ਯਾਰ, ਥੁੱਕ 'ਚ ਕੌਣ ਪਕੌੜੇ ਕੱਢੇਗਾ। ਉਹਦਾ ਮਕਸਦ ਇਹ ਹੁੰਦਾ ਹੈ ਕਿ ਉਹ 'ਤੇ ਇੱਕ ਐਨੋਲੋਜੀ ਇਸਤੇਮਾਲ ਹੋਈ ਹੈ ਨਾ ਵੀ ਤੇਲ ਚਾਹੀਦਾ ਪਕੌੜੇ ਕੱਢਣ ਵਾਸਤੇ, ਥੁੱਕ 'ਚ ਨਹੀਂ ਕੱਢੇ ਜਾ ਸਕਦੇ। ਇਸੇ ਤਰੀਕੇ ਨਾਲ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੀ ਗ੍ਰੀਨ ਲਾਈਨ ਬਣਾਈ ਜਾਂਦੀ ਹੈ, ਉਹਦੇ ਜਿਸ ਵੇਲੇ ਸੜਕ ਬਣ ਰਹੀ ਹੁੰਦੀ ਹੈ ਨਾ, ਤਾਂ ਉਹਦਾ ਜਿਹੜਾ ਮਟੀਰੀਅਲ ਹੁੰਦਾ ਉਹਦੇ ਵਿੱਚ ਆਲਾ ਕੁਆਲਿਟੀ ਦਾ ਜਿਹੜਾ ਵੀ ਰੰਗ ਪਾਉਣਾ ਉਹ ਪਾ ਕੇ ਉਹਨੂੰ ਕੋਈ 200 ਡਿਗਰੀ ਦੇ ਉੱਤੇ ਗਰਮ ਕਰਦੇ ਨੇ। ਫਿਰ ਉਹਦੀ ਉਹ ਲੇਅਰ ਜਿਹੜੀ ਪਾਉਂਦੇ ਨੇ ਅਤੇ ਫਿਰ ਉਹ ਕਲਰਡ ਉਹ ਸੜਕ ਜਿਹੜੀ ਫਿਰ ਉਹ ਰੰਗ ਕਿਤੇ ਨਹੀਂ ਜਾਂਦਾ, ਪੱਕਾ ਰੰਗ ਹੁੰਦਾ। ਵੈਸੇ ਮੈਂ ਹੈਰਾਨ ਹੈ, ਵੈਸੇ ਤੁਸੀਂ ਕਿਸੇ ਲਲਾਰੀ ਕੋਲ ਚਲੇ ਜਾਓ, ਲਲਾਰੀ ਕੌਣ ਹੁੰਦਾ ਹੁਣ ਤੁਸੀਂ ਸੋਚਦੇ ਹੋਵੋਗੇ, ਲਲਾਰੀ ਉਹ ਹੁੰਦਾ ਜਿਹੜਾ ਦੁਪੱਟੇ ਰੰਗ ਦਾ, ਠੀਕ ਹੈ ਨਾ। ਅਤੇ ਇਹ ਤੁਸੀਂ ਅਗਰ ਕਿਤੇ ਅਨਾਰਕਲੀ ਵਗੈਰਾ ਜਾਓ ਤਾਂ ਉੱਥੇ ਤੁਹਾਨੂੰ ਦੁਪੱਟੇ ਰੰਗਣ ਵਾਲੇ ਨਜ਼ਰ ਆਉਣਗੇ ਅਤੇ ਉਹ ਕਿਸੇ ਲਲਾਰੀ ਕੋਲੋਂ ਵੀ ਕਰਵਾ ਲੈਂਦੇ ਨਾ ਰੰਗ। ਯਕੀਨ ਕਰੋ ਉਹ ਦੁਪੱਟਿਆਂ ਦੇ ਰੰਗ ਵੇਖ ਲਓ ਕਿੱਡੇ ਪੱਕੇ ਕਰਦੇ ਨੇ। ਸੜਕ ਦਾ ਵੀ ਉਹਨਾਂ ਠੀਕ ਕਰ ਦੇਣਾ ਸੀ ਇਹ, ਲੇਕਿਨ ਉਹਦੇ ਵਿੱਚੋਂ ਫਿਰ ਚੂਹਾ ਨਹੀਂ ਸੀ ਲੱਗਣਾ, ਮਤਲਬ ਮਾਲ ਪਾਣੀ ਖਾਣ ਨੂੰ ਬਾਜੀ ਮਰੀਅਮ ਨੂੰ ਅਤੇ ਉਹਨਾਂ ਦੇ ਹਵਾਰੀਆਂ ਨੂੰ ਨਹੀਂ ਸੀ ਲੱਭਣਾ। ਖੈਰ ਹੁਣ LDA ਨੇ ਕਮੇਟੀ ਬਣਾਤੀ ਹੈ, ਵੇਖਦੇ ਉਹਦੇ 'ਤੇ ਕੀ ਬਣਦਾ। ਅੱਛਾ, ਦੂਸਰੀ ਖਬਰ ਜਿਹੜੀ ਉਹ ਸਾਹੀਵਾਲ ਤੋਂ ਹੈ। ਬਾਜੀ ਮਰੀਅਮ ਨੇ ਸਾਹੀਵਾਲ ਦੇ ਵਿੱਚ ਇੱਕ ਨੌਜਵਾਨ ਜਿਹੜਾ ਉਹਨੂੰ ਕਤਲ ਕਰ ਦਿੱਤਾ। ਹੁਣ ਤੁਸੀਂ ਆਖੋਗੇ ਬਾਜੀ ਨੇ ਕਿਵੇਂ ਕਤਲ ਕਰ ਦਿੱਤਾ। ਸਾਹੀਵਾਲ ਦੇ ਵਿੱਚ ਅੰਨ੍ਹੇਵਾਹ ਇੱਕ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਕਿ ਜੀ ਬਾਜ਼ਾਰ ਖੁੱਲ੍ਹੇ ਕਰਨੇ ਨੇ, ਲੋਕਾਂ ਦੇ ਰੈਸਟੋਰੈਂਟ, ਲੋਕਾਂ ਦੀਆਂ ਦੁਕਾਨਾਂ, ਲੋਕਾਂ ਦੇ ਮਕਾਨ, ਹਰ ਸ਼ੈ ਤੋੜੀ ਤਾੜੀ ਆ ਰਹੀ ਹੈ ਬਾਜੀ। ਉੱਥੇ ਇੱਕ ਨੌਜਵਾਨ ਜਿਹੜਾ ਉਹ ਮੋਟਰਸਾਈਕਲ 'ਤੇ ਜਾ ਰਿਹਾ ਸੀ, ਅੰਨ੍ਹੇਵਾਹ ਹੀ ਜੋ ਚੱਲਣ ਰਹੀਆਂ ਨੇ ਕਰੇਨ ਇੱਕ ਉਹਨੂੰ ਵੱਜੀ ਅਤੇ ਉਸ ਤੋਂ ਬਾਅਦ ਉਹ ਉੱਥੇ ਹੀ ਜਾਂ ਬਹਕ ਹੋ ਗਿਆ ਨੌਜਵਾਨ ਜਿਹੜਾ। ਅਤੇ ਉਹ ਮੈਂ ਹੁਣ ਇਹ ਆਖਾਂਗਾ ਵੀ ਇਹ ਮਰੀਅਮ ਸਾਹਿਬ ਨੂੰ ਸੋਚਣਾ ਚਾਹੀਦਾ ਵੀ ਇੱਕ ਪਾਸੇ ਰੰਗ ਵਾਲਾ ਰੌਲਾ, ਇੱਕ ਪਾਸੇ ਨੌਜਵਾਨਾਂ ਦੀ ਜਾਨ, ਦੂਜੇ ਪਾਸੇ ਜਿਹੜਾ ਉਹ ਸਾਰੇ ਬੁਨਿਆਦੀ ਹੈਲਥ ਜਿਹੜੇ ਸੈਂਟਰ ਸਨ ਉਹ ਬੰਦ ਕਰਕੇ ਉਹਨਾਂ ਨੂੰ ਪ੍ਰਾਈਵੇਟ ਕਰ ਦਿੱਤੇ ਨੇ, ਤੀਜੇ ਪਾਸੇ ਹੈਲਥ ਕਾਰਡ ਬੰਦ ਕਰ ਦਿੱਤਾ, ਚੌਥੇ ਪਾਸੇ ਕਿਸਾਨਾਂ ਦੇ ਕੋਲੋਂ ਜਿਹੜੀ ਹੈ ਉਹ ਕਣਕ ਨਹੀਂ ਲੈ ਰਹੇ, ਪੰਜਵੇਂ ਪਾਸੇ ਬੱਚਿਆਂ ਨੂੰ ਦੁੱਧ ਪਿਲਾਉਣ ਦਾ ਐਲਾਨ ਕੀਤਾ ਸੀ, ਹੁਣ ਉਹ ਦੁੱਧ ਵੀ ਮਿਸਿੰਗ ਹੈ, ਉਹ ਮਾਂ ਵੀ ਮਿਸਿੰਗ ਹੈ ਜਿਹੜੀ ਦੁੱਧ ਪਿਆਉਂਦੀ ਹੁੰਦੀ ਸੀ, ਅਤੇ ਬੱਚੇ ਸਕੂਲਾਂ 'ਚ ਬੈਠੇ ਡੀਕਣ ਡਏ ਨੇ ਅਤੇ ਸਕੂਲ ਉਹਨਾਂ ਦੇ ਹੁਣ ਗਾਂ ਪ੍ਰਾਈਵੇਟ ਕਰ ਦਿੱਤੇ ਨੇ। ਮਤਲਬ ਸਮਝ ਕੋਈ ਨਹੀਂ ਆਉਣ ਡਈ ਵੀ ਬਾਦਸ਼ਾਹ ਸਲਾਮਤ ਨੇ ਰਾਣੀ ਸਾਹਿਬਾ ਨੂੰ ਪੰਜਾਬ ਦੇ ਵਿੱਚ ਬਹਾਤ ਦਿੱਤਾ ਹੈ, ਲੇਕਿਨ ਹੁਣ ਪੰਜਾਬ ਵਾਲਿਆਂ ਦੀ ਜੋ ਹਾਲਤ ਕਰ ਦਿੱਤੀ ਹੈ ਬਾਜੀ ਨੇ ਉਹ ਸਮਝ ਤੋਂ ਬਾਹਰ ਹੈ। ਇਸ ਵੇਲੇ ਮਿਊ ਹਸਪਤਾਲ ਜਿਹੜਾ ਉਹਦੇ ਵਿੱਚ ਜਾਂ ਸਰਵਿਸਿਜ਼ ਹਸਪਤਾਲ, ਉੱਥੇ ਐਮਰਜੈਂਸੀ ਦੀ ਕੋਈ ਦਵਾਈ ਨਹੀਂ ਹੈ, ਆਪਰੇਸ਼ਨ ਥੀਏਟਰਾਂ ਦੇ ਵਿੱਚ ਕੋਈ ਦਵਾਈ ਨਹੀਂ ਹੈ,
ਪੂਰੇ ਹਸਪਤਾਲਾਂ ਦੇ ਵਿੱਚੋਂ ਦਵਾਈਆਂ ਬੰਦ ਨੇ। ਨਛੱਤਰ ਹਸਪਤਾਲ ਦੇ ਵਿੱਚ ਡਾਇਲਿਸਿਸ ਮਸ਼ੀਨਾਂ ਦੀ ਜਿਹੜੀਆਂ ਕੈਂਸਰ ਵਾਲੇ ਮਰੀਜ਼ਾਂ ਵਾਸਤੇ ਸਨ, ਆਪਣਾ ਏਡਜ਼ ਵਾਲੇ ਮਰੀਜ਼ਾਂ ਵਾਸਤੇ, ਉਹਨਾਂ ਦੇ ਉੱਤੇ ਸਿਹਤਮੰਦ ਮਰੀਜ਼ਾਂ ਨੂੰ ਵੀ ਪਾ ਦਿੱਤਾ। ਉਹਨਾਂ ਨੂੰ ਵੀ ਏਡਜ਼ ਹੋ ਗਈ, ਇੱਕ ਵਫਾਤ ਪਾ ਗਿਆ, ਦੂਜੇ ਜਿਹੜੇ ਨੇ ਉਹਨਾਂ ਵਿਚਾਰਿਆਂ ਨੂੰ ਏਡਜ਼ ਹੋ ਗਈ ਹੈ। ਮਤਲਬ ਕਿ ਹਰ ਪਾਸੇ ਲੱਗਾ ਦਾ ਹੈ ਜਿਹੜਾ ਬਾਜੀ ਲਾ ਰਹੀ ਹੈ ਅਤੇ ਕੰਮ ਜਿਹੜਾ ਉਹ ਇਸ ਵੇਲੇ ਚੱਲ ਰਿਹਾ। ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਪੋਲੀਓ ਦਾ ਤੀਸਰਾ ਕੇਸ ਜਿਹੜਾ ਸਾਹਮਣੇ ਆ ਗਿਆ ਇਹ ਪਿਛਲੇ 1.5 ਮਹੀਨੇ ਦੇ ਵਿੱਚ। ਪੂਰੀ ਦੁਨੀਆ ਨੇ ਪੋਲੀਓ ਮੁਕਾ ਲਿਆ, ਅਸੀਂ ਕਸਮ ਖਾਧੀ ਵੀ ਅਸੀਂ ਨਹੀਂ ਮੁੱਕਣ ਦੇਣਾ। ਜਦੋਂ ਲਾਗੇ ਆਉਂਦਾ ਕੰਮ ਉਸ ਵੇਲੇ ਨਵਾਂ ਕੋਈ ਨਾ ਕੋਈ ਪੋਲੀਓ ਦਾ ਕੇਸ ਆ ਜਾਂਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ PTI ਦੇ ਰਹਿਨੁਮਾ ਨੇ ਸੈਨੇਟਰ ਇਜਾਜ਼ ਚੌਧਰੀ ਸਾਹਿਬ, ਬਜ਼ੁਰਗ ਨੇ, ਸੈਨੇਟਰ ਨੇ, ਉਹਨਾਂ ਦੇ ਦਿਲ ਦਾ ਆਪਰੇਸ਼ਨ ਵੀ ਹੋਇਆ ਅਤੇ ਉਹਨਾਂ ਨੂੰ ਚੌਧਰੀ ਸਾਹਿਬ ਨੂੰ ਪਤਾ ਨਹੀਂ ਉਹਨਾਂ 'ਤੇ ਕੀ ਵੱਟ ਹੈ। ਹਸਪਤਾਲ ਦਾਖਲ ਹੁੰਦੇ ਨੇ, ਆ ਕੇ ਆਪਣਾ ਆਪਰੇਸ਼ਨ ਕਰਵਾਉਂਦੇ ਨੇ, ਉਸ ਤੋਂ ਬਾਅਦ ਜ਼ਬਰਦਸਤੀ ਉੱਥੋਂ ਉਹਨਾਂ ਨੂੰ ਛੁੱਟੀ ਦਵਾ ਕੇ ਅਤੇ ਵਾਪਸ ਲੈ ਜਾਂਦੇ ਨੇ ਜੇਲ੍ਹ ਦੇ ਵਿੱਚ। ਨਾ ਉਹਨਾਂ ਦੀ ਜ਼ਮਾਨਤ ਦਿੰਦੇ ਨੇ, ਨਾ ਉਹਨਾਂ ਦਾ ਕੇਸ ਮੁਕੰਮਲ ਕਰਦੇ ਨੇ, ਨਾ ਚਲਾਨ ਜਮ੍ਹਾਂ ਕਰਾਉਂਦੇ ਨੇ, ਨਾ ਤਫਤੀਸ਼ ਮੁਕੰਮਲ ਕਰਦੇ ਨੇ। 2 ਸਾਲ ਹੋ ਗਏ ਨੇ ਇਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਹੋਇਆ। ਸਮਝ ਤੋਂ ਬਾਹਰ ਹੈ ਵੀ ਇਹ ਕਰਨ ਕੀ ਰਹੇ ਨੇ, ਚਾਹੁੰਦੇ ਕੀ ਨੇ। ਬਹਰਹਾਲ ਇਹ ਬਹੁਤ ਜ਼ਿਆਦਾ ਧੱਕਾ ਹੈ ਉਹਨਾਂ ਦੇ ਨਾਲ, ਇਜਾਜ਼ ਚੌਧਰੀ ਸਾਹਿਬ ਨਾਲ। ਅਸੀਂ ਇਹਦੀ ਜਿੰਨੀ ਵੀ ਮਜ਼ੰਮਤ ਕਰੀਏ ਉਨੀ ਘੱਟ ਹੈ ਅਤੇ ਮਜ਼ੰਮਤ ਹੀ ਕਰ ਸਕਦੇ। ਅੱਛਾ, ਅਗਲੀ ਖਬਰ ਇਤਜ਼ਾਜ਼ ਅਹਿਸਨ ਸਾਹਿਬ ਦੀ। ਬੜਾ ਹੀ ਜ਼ਬਰਦਸਤ ਉਹਨਾਂ ਅਹਿਮ ਨੁਕਤਾ ਚੁੱਕਿਆ। ਉਹਨਾਂ ਕਿਹਾ ਲਾਹੌਰ ਹਾਈ ਕੋਰਟ ਦੇ ਜਿੰਨੇ ਵੀ ਜੱਜ ਇਸਲਾਮਾਬਾਦ ਹਾਈ ਕੋਰਟ ਗਏ ਨੇ ਉਹਨਾਂ ਵਾਸਤੇ ਹਲਫ ਬਰਦਾਰੀ ਜ਼ਰੂਰੀ ਹੈ, ਮਤਲਬ ਕਿ ਨਵਾਂ ਹਲਫ ਲੈਣਾ ਜ਼ਰੂਰੀ ਹੈ। ਉਹਨਾਂ ਕਿਹਾ ਬਿਲਕੁਲ ਇੰਝ ਹੀ ਜਿਵੇਂ ਸੁਪਰੀਮ ਕੋਰਟ ਦਾ ਕੋਈ ਵੀ ਐਕਟਿੰਗ ਜੱਜ ਜਦੋਂ ਬਣਦਾ ਹੈ, ਚੀਫ ਜਸਟਿਸ ਬਣਦਾ, ਜਦੋਂ ਚੀਫ ਜਸਟਿਸ ਬਾਹਰ ਗਿਆ ਹੋਵੇ, ਹਾਲਾਂਕਿ ਜੱਜ ਤਾਂ ਹੁੰਦਾ ਸੁਪਰੀਮ ਕੋਰਟ ਦਾ, ਲੇਕਿਨ ਉਹਨੂੰ ਨਵੇਂ ਸਿਰੇ ਹਲਫ ਲੈਣਾ ਪੈਂਦਾ ਹੈ। ਔਰ ਭਾਵੇਂ ਉਹਨੇ 4 ਦਿਨ ਵਾਸਤੇ ਕਿਉਂ ਨਾ ਜੱਜ ਬਣਨਾ ਹੋਵੇ, ਚੀਫ ਜਸਟਿਸ ਬਣਨਾ ਹੋਵੇ, ਉਹਨੂੰ ਫੇਰ ਵੀ ਹਲਫ ਲੈਣਾ ਪੈਂਦਾ। ਉਹਨਾਂ ਕਿਹਾ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਲਾਹੌਰ ਦਾ ਜੱਜ ਜਿਹੜਾ ਲਾਹੌਰ ਤੋਂ ਇਸਲਾਮਾਬਾਦ ਹਾਈ ਕੋਰਟ ਜਾ ਕੇ ਕੰਮ ਸ਼ੁਰੂ ਕਰੇ ਅਤੇ ਉਹਨੂੰ ਹਲਫ ਨਾ ਲੈਣਾ ਪਵੇ। ਹੁਣ ਤੁਸੀਂ ਆਖੋਗੇ ਵੀ ਹਲਫ ਦਾ ਕੀ ਹੈ, ਹਲਫ ਤੇ ਚੁੱਕੀ ਚੱਕੀ ਜਾਂਦੇ ਨੇ ਉਂਝ ਵੀ। ਜਨਾਬੇ ਵਾਲਾ ਹਲਫ ਦਾ ਰੌਲਾ ਇਹ ਹੈ ਕਿ ਅਗਰ ਉਹ ਨਵੇਂ ਸਿਰੇ ਹਲਫ ਲੈਣਗੇ ਤਾਂ ਉਹ ਜੂਨੀਅਰ ਬਣ ਜਾਣਗੇ ਸਾਰਿਆਂ ਤੋਂ। ਜੂਨੀਅਰ ਬਣਨਗੇ ਤਾਂ ਫਿਰ ਉਹ ਚੀਫ ਜਸਟਿਸ ਨਹੀਂ ਬਣ ਸਕਣਗੇ। ਫਿਰ ਉੱਥੇ ਜਸਟਿਸ ਕਿਆਨੀ ਚੀਫ ਜਸਟਿਸ ਬਣਨਗੇ ਜਾਂ ਜਸਟਿਸ ਜਿਹੜੇ ਦੂਸਰੇ ਮੀਆਂ ਗੁਲ ਹਸਨ ਔਰੰਗਜ਼ੇਬ ਸਨ ਉਹ ਬਣ ਸਕਦੇ ਸਨ, ਜਾਂ ਦੂਸਰੇ ਲੋਕ। ਉਹ ਚੀਫ ਜਸਟਿਸ ਤੋਂ ਹੀ ਤਾਂ ਹਟਾਉਣਾ ਸੀ ਉਹਨਾਂ ਨੂੰ, ਸਮਝਦੇ ਹੋ ਨਾ। ਚੀਫ ਜਸਟਿਸ ਤੋਂ ਹੀ ਤਾਂ ਹਟਾਉਣਾ ਸੀ, ਚੀਫ ਜਸਟਿਸ ਹੀ ਤਾਂ ਆਪਣੀ ਮਰਜ਼ੀ ਦਾ ਲਿਆਉਣਾ ਸੀ। ਇਸੇ ਵਜ੍ਹਾ ਤੋਂ ਸਾਰਾ ਕੰਮ ਕੀਤਾ। ਅਤੇ ਜੇ ਹਲਫ ਹੀ ਲੈ ਲੈਂਦੇ ਦੋਹਰੇ ਤਾਂ ਫਿਰ ਤਾਂ ਉਹ ਰੌਲਾ ਮੁੱਕ ਜਾਣਾ ਸੀ। ਇਸ ਲਈ ਹਲਫ ਵਾਲੇ ਪਾਸੇ ਇਹ ਨਹੀਂ ਜਾਣਾ ਚਾਹੁੰਦੇ। ਲੇਕਿਨ ਇਹ ਇਤਜ਼ਾਜ਼ ਅਹਿਸਨ ਸਾਹਿਬ ਨੇ ਬੜਾ ਜ਼ਬਰਦਸਤ ਇਹ ਪੁਆਇੰਟ ਚੁੱਕਿਆ ਕਿ ਜਨਾਬ ਇਹ ਹਲਫ ਜਿਹੜਾ ਉਹ ਲੈਣਾ ਚਾਹੀਦਾ। ਅੱਛਾ ਜੀ, ਗੁਜਰਾਂਵਾਲੇ ਦੇ ਵਿੱਚ ਬਾਬਾ ਗੁਰੂ ਨਾਨਕ ਜੀ ਦੇ ਨਾਲ ਮਨਸੂਬ ਸ਼ਾਹਰਾ ਸੀ, ਸੜਕ ਸੀ, ਉਹਦਾ ਨਾਂ ਤਬਦੀਲ ਕਰਕੇ ਹੁਣ ਨੂਨ ਲੀਗ ਦੇ ਕਿਸੇ ਰਹਿਨੁਮਾ ਦੇ ਨਾਂ 'ਤੇ ਰੱਖ ਦਿੱਤਾ। ਇਹ ਹਰਮੀਤ ਸਿੰਘ ਸਾਹਿਬ ਨੇ ਇਹ ਖਬਰ ਦਿੱਤੀ ਹੈ ਔਰ ਉਹਨਾਂ ਆਖਿਆ ਜੀ ਇਹ ਵਾਰਦਾਤ ਜਿਹੜੀ ਹੈ 2023-24 'ਚ ਪਾਈ ਗਈ ਹੈ ਅਤੇ ਬੜੀ ਸ਼ਰਮ ਦੀ ਗੱਲ ਹੈ। ਉੱਥੇ ਅੰਮ੍ਰਿਤਾ ਪ੍ਰੀਤਮ ਦਾ ਘਰ ਵੀ ਸੀ ਜਿਹੜਾ ਹੁਣ ਖ਼ਤਮ ਹੋ ਚੁੱਕਿਆ। ਪਰ ਮੇਰੀ ਸਮਝ ਤੋਂ ਬਾਹਰ ਹੈ ਵੀ ਇਹਨਾਂ ਦਾ ਵੱਸ ਚੱਲੇ ਅਤੇ ਗੁਰਦੁਆਰਿਆਂ 'ਤੇ ਆਪਣਾ ਨਾਂ ਲਿਖਵਾ ਦੇਣ। ਹਰਮੀਤ ਸਿੰਘ ਸਾਹਿਬ ਤੁਸੀਂ ਕੀ ਗੱਲ ਕਰਦੇ ਹੋ, ਲੇਕਿਨ ਹੈ ਇਹ ਧੱਕਾ, ਇਹ ਨਹੀਂ ਕਰਨਾ ਚਾਹੀਦਾ। ਔਰ ਜਿਹੜੇ ਵੀ, ਮੈਂ ਤਾਂ ਬਲਕਿ ਇਹ ਤਾਂ ਚਲੋ ਇੱਕ ਮਜ਼ਹਬੀ ਸ਼ਖਸੀਅਤ ਨੇ ਔਰ ਸਿੱਖ ਜਿਹੜੀ ਬਰਾਦਰੀ ਉਹਨਾਂ ਦੇ ਮਜ਼ਹਬੀ ਜਿਹੜੇ ਖਿਆਲਾਤ ਔਰ ਫੀਲਿੰਗਸ ਨੇ ਉਹ ਮਜਰੂਹ ਹੋਣਗੇ। ਲੇਕਿਨ ਅਗਰ ਕੋਈ ਮਜ਼ਹਬੀ ਸ਼ਖਸੀਅਤ ਨਾ ਵੀ ਹੋਵੇ, ਤਾਰੀਖੀ ਸ਼ਖਸੀਅਤ ਹੀ ਵੀ ਹੋਵੇ ਭਾਵੇਂ, ਉਹਦਾ ਨਾਂ ਇਸ ਤਰੀਕੇ ਨਾਲ ਸਿਰਫ ਆਪਣੇ ਨਾਂ ਲੈਣ ਵਾਸਤੇ ਨਹੀਂ ਮਿਟਾਉਣਾ ਚਾਹੀਦਾ। ਅੱਛਾ ਜੀ, ਅੱਗੋਂ ਮਕਬੂਲੀਅਤ ਦੀ ਲਹਿਰ ਜਿਹੜੀ ਉਹ ਸਿਰ ਚੜ੍ਹ ਕੇ ਬੋਲ ਰਹੀ। ਲਾਹੌਰ, ਰਾਵਲਪਿੰਡੀ ਔਰ ਇਸਲਾਮਾਬਾਦ ਤਿੰਨੋਂ ਜਿਹੜੀਆਂ ਹਾਈ ਕੋਰਟ ਬਾਰਸ ਨੇ ਉੱਥੋਂ ਦਬਾ ਕੇ ਪਾਕਿਸਤਾਨ ਤਹਿਰੀਕ ਇਨਸਾਫ ਨੇ ਜਿਹੜੇ ਕੈਂਡੀਡੇਟਸ ਨੂੰ ਸਪੋਰਟ ਕੀਤਾ ਉਹ ਜਿੱਤੇ ਨੇ। ਮਤਲਬ ਦੂਜੇ ਪਾਸੇ ਤੁਸੀਂ ਸੋਚੋ ਕਿ ਮਿਲਟਰੀ ਦੇ ਜਰਨੈਲ ਵੀ ਨੇ, ਦੂਜੇ ਪਾਸੇ ਰਜੀਮ ਹੈ, ਦੂਜੇ ਪਾਸੇ ਆਸਮਾ ਜਹਾਂਗੀਰ ਹੈ, ਦੂਸਰੇ ਪਾਸੇ ਨੂਨ ਲੀਗ ਹੈ। ਮਤਲਬ ਪੂਰੀ ਦੀ ਪੂਰੀ ਰਜੀਮ ਇੱਕ ਪਾਸੇ ਇਕੱਠੀ ਹੈ ਅਤੇ ਦੂਸਰੇ ਪਾਸੇ ਇੱਕ ਜੇਲ੍ਹ 'ਚ ਬੈਠਾ ਬੰਦਾ ਉਹਦੀ ਸਪੋਰਟ ਹੈ। ਜਿਹਨੂੰ ਉਹਨਾਂ ਸਪੋਰਟ ਕੀਤਾ ਉਹ ਵਕੀਲ ਹਰ ਥਾਂ 'ਤੇ ਜਿੱਤ ਗਏ ਨੇ, ਉਹਨਾਂ ਬੰਬੇ ਬੁਲਾ ਦਿੱਤੇ ਨੇ। ਮਤਲਬ ਇੱਥੋਂ ਤੁਸੀਂ ਇਹ ਸੋਚੋ ਕਿ ਆਵਾਮ ਨੂੰ ਜਿੱਥੇ ਮੌਕਾ ਮਿਲਦਾ ਹੈ, ਹਾਂਜੀ ਇਹ ਤੁਹਾਡੇ ਵਾਸਤੇ ਬੜੀ ਇੰਪੋਰਟੈਂਟ ਗੱਲ ਹੈ, ਆਵਾਮ ਨੂੰ ਜਿੱਥੇ ਵੀ ਮੌਕਾ ਮਿਲਦਾ ਆਵਾਮ ਪੂਰੇ ਜ਼ੋਰਾਂ ਨਾਲ ਇਮਰਾਨ ਖਾਨ ਨੂੰ ਜਿਤਵਾਉਂਦੀ ਹੈ। ਭਾਵੇਂ 8 ਫਰਵਰੀ ਦਾ ਇਲੈਕਸ਼ਨ ਹੋਵੇ ਅਤੇ ਭਾਵੇਂ ਵਕਲਾ ਦਾ ਇਲੈਕਸ਼ਨ ਹੋਵੇ ਅਤੇ ਭਾਵੇਂ ਕੋਈ ਵੀ ਸਿਚੁਏਸ਼ਨ ਹੋਵੇ, ਆਵਾਮ ਕਦੇ ਵੀ ਇਮਰਾਨ ਖਾਨ ਨੂੰ ਧੋਖਾ ਨਹੀਂ ਦਿੰਦੀ ਔਰ ਵੋਟ ਪਾਉਣ ਤੋਂ ਨਹੀਂ ਮੁੜਦੀ। ਲੇਕਿਨ ਜਿੱਥੇ ਜਿੱਥੇ ਇਹਨਾਂ ਦਾ ਵੱਸ ਚੱਲੇ ਅਤੇ ਫਾਰਮ 47 ਜਾਰੀ ਕਰ ਲੈਣ, ਉੱਥੋਂ ਫਿਰ ਮਾਮਲਾ ਜਿਹੜੇ ਨੇ ਉਹ ਡਿਫਰੈਂਟ ਹੋ ਜਾਂਦੇ ਨੇ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਫੈਸਲ ਵਾਡਾ ਸਾਹਿਬ ਨੇ ਕਿਹਾ ਹੈ ਕਿ ਸਾਡੇ ਜਿਹੜੇ ਆਰਮੀ ਚੀਫ ਨੇ ਉਹ ਹੀ ਵਿਨਿੰਗ ਸ਼ਾਟਸ ਲਾਉਂਦੇ ਨੇ।
ਥੋੜ੍ਹੇ ਦਿਨ ਪਹਿਲਾਂ ਤੱਕ ਉਹ ਰੋਨਾਲਡੋ ਆਖਦੇ ਸਨ, ਅੱਜ ਕੱਲ੍ਹ ਫਿਰ ਕ੍ਰਿਕਟ ਦਾ ਸੀਜ਼ਨ ਹੈ, ਉਹਨਾਂ ਨੇ ਹੁਣ ਵਿਨਿੰਗ ਸ਼ਾਟ ਦਾ ਲਫ਼ਜ਼ ਕਹਿ ਦਿੱਤਾ। ਮਤਲਬ ਆਰਮੀ ਚੀਫ ਦੀ ਵੀ ਖੇਡ ਉਹ ਬਦਲਦੇ ਰਹਿੰਦੇ ਨੇ। ਮੌਸਮ ਦੇ ਨਾਲ ਨਾਲ ਫੈਸਲ ਵਾਡਾ ਸਾਹਿਬ ਨੇ ਵੈਸੇ ਕੰਮ ਠੀਕ ਰੱਖਿਆ। ਹੁਣ ਦੇਖੋ ਨਾ, ਦੁਹਾਣਾ ਤਰਬੂਜ਼ ਹਰ ਮੌਸਮ 'ਚ ਤਾਂ ਨਹੀਂ ਆਉਂਦਾ ਨਾ, ਸਰਦਖਾਨੇ 'ਚ ਤਾਂ ਰੱਖਿਆ ਜਾ ਸਕਦਾ, ਲੇਕਿਨ ਅਸਲ ਦੁਹਾਣਾ ਤਾਂ ਤੁਹਾਨੂੰ ਪਤਾ ਵੀ ਗਰਮੀਆਂ 'ਚ ਹੀ ਆਉਣਾ ਹੁੰਦਾ ਹੈ ਨਾ। ਇਹ ਜਿਵੇਂ ਮੌਸਮੀ ਫਰੂਟ ਬਦਲਦੇ ਨੇ, ਉਸੇ ਤਰ੍ਹਾਂ ਆਰਮੀ ਚੀਫ ਦਾ ਮਾਮਲਾ ਵੀ ਇਹ ਬਦਲੀ ਰੱਖਦੇ ਨੇ। ਚੰਗਾ ਜ਼ਰਾ ਥੋੜ੍ਹੀ ਜਿਹੀ ਤਬਦੀਲੀ ਵੀ ਆਉਂਦੀ ਹੈ, ਥੋੜ੍ਹਾ ਜ਼ਰਾ ਮੇਰਾ ਮਤਲਬ ਜ਼ਰਾ ਟੇਸਟ ਵੀ ਜ਼ਰਾ ਲੋਕਾਂ ਦਾ ਜਿਹੜਾ ਫਿੱਕਾ ਨਹੀਂ ਹੋ ਜਾਂਦਾ ਖਬਰਾਂ ਦੇ ਬਾਰੇ। ਉਹ ਪਹਿਲਾਂ ਰੋਨਾਲਡੋ ਫੁੱਟਬਾਲ ਵਗੈਰਾ ਦੀ ਗੱਲ ਕਰਦੇ ਸਨ, ਅੱਜ ਕੱਲ੍ਹ ਕਿਉਂਕਿ ਕ੍ਰਿਕਟ ਦਾ ਵਰਲਡ ਕੱਪ ਚੱਲਣ ਡਿਆ ਅਤੇ ਉਹ ਉਸ ਹਿਸਾਬ ਨਾਲ ਉਹਨਾਂ ਨੇ ਸਾਰੀ ਗੇਮ ਜਿਹੜੀ ਉਹ ਪਾ ਦਿੱਤੀ ਹੈ ਹੁਣ ਕਿ ਵਿਨਿੰਗ ਸ਼ਾਟਸ ਖੇਲਦੇ ਨੇ ਆਰਮੀ ਚੀਫ। ਮਤਲਬ ਕਿ ਉਹ ਹੀ ਸਾਡੇ ਜਿਹੜੇ ਨਾ ਉਹ ਮੇਨ ਆਦਮੀ ਨੇ ਔਰ ਵਿਨਿੰਗ ਸ਼ਾਟਸ ਉਹ ਖੇਲਣ ਡਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਆਪਣਾ ਉਹ ਜਿਹੜੇ ਡਿਜੀਟਲ ਨਾਈ ਨੇ ਮੁੰਨਾ ਮੁਨੀਬ ਫਾਰੂਕ ਸਾਹਿਬ, ਉਹਨਾਂ ਖਬਰ ਦਿੱਤੀ। ਉਹਨਾਂ ਆਖਿਆ ਕਿ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਬਹੁਤ ਹੀ ਜ਼ਿਆਦਾ ਪੁਰਅਤਮਾਦ ਨਜ਼ਰ ਆ ਰਹੇ ਨੇ। ਡੀਜੀ ਖਾਨ ਜਲਸੇ ਦੇ ਵਿੱਚ ਉਹਨਾਂ ਜਾਰਹਾਨਾ ਖਿਤਾਬ ਕੀਤਾ ਅਤੇ ਉਹ ਇਸ ਵਜ੍ਹਾ ਤੋਂ ਲੱਗ ਰਿਹਾ ਵੀ ਉਹ ਬੜੇ ਪੁਰਅਤਮਾਦ ਨੇ। ਅੱਛਾ, ਹੁਣ ਅੱਗੇ ਇੱਕ ਤਾਂ ਬੰਦੇ ਕੋਈ ਨਹੀਂ ਸੀ। ਡੀਜੀ ਖਾਨ ਦੇ ਵਿੱਚ ਯਕੀਨ ਕਰੋ ਸਟੇਜ ਵੱਡਾ ਸੀ, ਅੱਗੇ ਜਲਸਾ ਛੋਟਾ ਸੀ। ਤੁਹਾਨੂੰ ਯਕੀਨ ਨਹੀਂ ਆਏਗਾ, ਲੇਕਿਨ ਹਕੀਕਤ ਇਸ ਤਰ੍ਹਾਂ ਹੀ ਹੈ ਕਿ ਜਲਸਾ ਔਰ ਸਟੇਜ ਇੱਕੋ ਹੀ ਤਕਰੀਬਨ ਸਾਈਜ਼ ਦਾ ਸੀ। ਅੱਛਾ, ਹੁਣ ਇਹਨਾਂ ਦੇ ਹਿਸਾਬ ਨਾਲ ਕੌਨਫੀਡੈਂਸ ਕੀ ਹੈ ਵੀ ਉਹਨਾਂ ਨੇ ਉਹ ਜਿਹੜੇ ਸ਼ਹਬਾਜ਼ ਸ਼ਰੀਫ ਸਾਹਿਬ ਮੈਕ ਨਹੀਂ ਇੰਜ ਕਰ ਦਿੰਦੇ ਹੁੰਦੇ ਫੜ ਕੇ ਵੀ ਅੱਗੋਂ, ਜਿਵੇਂ ਮੈਂ ਸਾਹਮਣੇ ਮਾਈਕ ਸ਼ਾਈਕ ਪਿਆ ਮੈਂ ਇਹਨੂੰ ਉਡਾ ਦਿਆਂ ਇੱਕ ਵਾਰੀ, ਉਹ ਸ਼ਹਬਾਜ਼ ਸ਼ਰੀਫ ਸਾਹਿਬ ਜਿਹੜੇ ਨਾ ਉਹ ਮਾਈਕ ਜਿਹੜੇ ਤੋੜ ਭੰਨ ਦਿੰਦੇ ਨੇ, ਇਹਨਾਂ ਦੇ ਹਿਸਾਬ ਨਾਲ ਉਹ ਕੌਨਫੀਡੈਂਸ ਦੀ ਅਲਾਮਤ ਹੈ। ਬੱਲੇ ਹੋ ਸ਼ੇਰ ਬੱਗੇ ਹੋ, ਤੁਹਾਡਾ ਬੜਾ ਜ਼ਬਰਦਸਤ ਹੈ। ਲੇਕਿਨ ਸ਼ਹਬਾਜ਼ ਸ਼ਰੀਫ ਸਾਹਿਬ ਨੇ ਉੱਥੇ ਕਿਆ ਕੀ ਹੈ ਇਹ ਜ਼ਰਾ ਸੁਣ ਲਓ। और पाकिस्तान का कारोबार चमके, मैं खुदा की कसम जब बाहर जाता हूं तो दुआ करता हूं कि या अल्लाह मेरे जो बरादर मुल्क के जो सरबराह हैं वो ये न समझे कि मैं कुछ मांगने आया हूं, लेकिन वहां पर खदशा यही होता है कि ये पाकिस्तान से ये आया है और पीछे एक जो सियासतदान आया था उसने कहीं कहा कि ये शहबाज शरीफ बाहर जाता है तो पैसे मांगने जाता है, तो मैंने कहा आप पैसे बांटने जाते थे। ਸੁਣ ਲਿਆ ਜੀ, ਹੁਣ ਤੁਹਾਡਾ ਨਿਕਲ ਰਿਹਾ ਹੋਣਾ ਹਾਸਾ। ਉਹ ਆਂਦਾ ਵੀ ਜਦੋਂ ਵੀ ਮੈਂ ਬਾਹਰ ਜਾਣਾ ਲੋਕੀ ਸਮਝਦੇ ਨੇ ਮੈਂ ਮੰਗਣ ਆ ਗਿਆ, ਔਰ ਉਹਦਾ ਇਲਜ਼ਾਮ ਵੀ ਉਹਨਾਂ ਇਮਰਾਨ ਖਾਨ 'ਤੇ ਪਾ ਦਿੱਤਾ ਵੀ ਇਹ ਮੈਨੂੰ ਜਿਹੜਾ ਮੰਗਣ ਵਾਲਾ ਆਖਦੇ ਨੇ ਨਾ, ਇਹ ਇਮਰਾਨ ਖਾਨ ਦੀ ਵਜ੍ਹਾ ਤੋਂ, ਕਿਉਂਕਿ ਉਹਨੇ ਮੈਨੂੰ ਆਖਿਆ ਸੀ। ਨਹੀਂ ਜਨਾਬ, ਇਹ ਇਮਰਾਨ ਖਾਨ ਨੇ ਨਹੀਂ ਸੀ ਆਖਿਆ। ਇਮਰਾਨ ਖਾਨ ਦੇ ਆਖਣ ਤੋਂ ਲੋਕ ਤੁਹਾਨੂੰ ਮੰਗਣ ਵਾਲਾ ਨਹੀਂ ਕਹਿੰਦੇ। ਯਕੀਨ ਕਰੋ, ਜਦੋਂ ਤੁਹਾਡੇ ਵੱਲ ਵੇਖੀ ਤਾਂ ਲੱਗਦਾ ਇੰਝ ਹੀ ਹੈ ਵੀ ਤੁਸੀਂ ਮੰਗਣ ਵਾਲੇ ਹੋ। ਇਹ ਤੁਹਾਡਾ ਆਪਣਾ ਕਸੂਰ ਹੈ, ਤੁਸੀਂ ਜਿਹੜੀ ਆਪਣੀ ਪਰਸਨੈਲਿਟੀ ਜਿਹੋ ਜਿਹੀ ਬਣਾਈ ਹੈ ਮਾਜ਼ਰਤ ਦੇ ਨਾਲ, ਇਹ ਤੁਸੀਂ ਸ਼ਕਲੋਂ ਮੰਗਣ ਵਾਲੇ ਲੱਗਦੇ ਹੋ ਮਾਜ਼ਰਤ ਦੇ ਨਾਲ। ਇਹ ਇਮਰਾਨ ਖਾਨ ਦੇ ਕਹਿਣ ਦੇ ਉੱਤੇ ਕੋਈ ਤੁਹਾਨੂੰ ਮੰਗਣ ਵਾਲਾ ਨਹੀਂ ਕਹਿਣ ਡਿਆ ਅਤੇ ਨਾ ਕਿਸੇ ਨੇ ਇਸ ਤਰ੍ਹਾਂ ਕਹਿਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਰਾਇਨ ਗ੍ਰਿਮ ਸਾਹਿਬ ਜਿਹੜੇ ਨੇ ਬੜੇ ਵੱਡੇ ਸਹਾਫੀ ਨੇ ਅਮਰੀਕਾ ਦੇ, ਉਹ ਕਹਿੰਦੇ ਨੇ ਕਿ USAID ਨੇ ਪਾਕਿਸਤਾਨ ਨੂੰ ਕੋਈ ਮੇਰਾ ਖਿਆਲ 15 ਜਾਂ 17 ਮਿਲੀਅਨ ਡਾਲਰ ਦਿੱਤੇ ਸਨ ਇਲੈਕਸ਼ਨ ਵਾਸਤੇ, ਅਤੇ ਉਹਨਾਂ ਕਿਹਾ ਵੀ ਇਲੈਕਸ਼ਨ ਉਸ ਵੇਲੇ ਚੋਰੀ ਹੋ ਗਿਆ। ਇਹਦਾ ਇਲੈਕਸ਼ਨ ਚੋਰੀ ਹੋ ਰਿਹਾ ਸੀ ਜਿਹਦੇ ਵਿੱਚ ਫਾਰਮ 45 ਫਾਰਮ 47 ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ। ਇਸ ਇਲੈਕਸ਼ਨ ਵਾਸਤੇ US ਨੇ ਪਾਕਿਸਤਾਨ ਨੂੰ ਮੇਰਾ ਖਿਆਲ 17 ਮਿਲੀਅਨ ਡਾਲਰ ਦਿੱਤੇ ਸਨ। ਰਾਇਨ ਗ੍ਰਿਮ ਸਾਹਿਬ ਕਹਿੰਦੇ ਨੇ ਕਿ ਇਹਦਾ ਮਤਲਬ ਹੈ ਵੀ ਇਹ ਮਾਲੀ ਮਾਵਨਤ ਤੇ ਕੀਤੀ ਨਾ, ਸਮਝਦੇ ਹੋ ਨਾ, ਕਿ ਸਪੋਰਟ ਤੇ ਕੀਤੀ ਨਾ ਅਮਰੀਕਾ ਦੇ USAID ਨੇ ਵੀ। ਜਿਹੜਾ ਇਲੈਕਸ਼ਨ ਦੀ ਲੁੱਟ ਮਚਾਈ ਗਈ ਉਹਦੇ ਵਿੱਚ ਉਹਨਾਂ ਦਾ ਵੀ ਹਿੱਸਾ ਹੈ, ਭਾਵੇਂ ਉਹਨਾਂ ਮਾਲ ਹੀ ਲਾਇਆ। ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਵੀ ਉੱਥੇ ਮਾਲ ਪਾਣੀ ਜਿਹੜਾ ਉਹ ਖਰਚ ਕੀਤਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਇਸ ਵਕਤ ਜਿਹੜੇ ਵਜ਼ੀਰ ਖਜ਼ਾਨਾ ਨੇ ਉਹ ਸੱਚ ਬੋਲਣਾ ਸ਼ੁਰੂ ਹੋਏ ਨੇ। ਪਤਾ ਨਹੀਂ ਉਹਨਾਂ ਦੇ ਹੁਣ ਜਾਣ ਦੇ ਦਿਨ ਹੋ ਗਏ ਨੇ। ਉਹ ਆਂਦੇ ਨੇ ਵੀ ਹਕੂਮਤ ਖਰਾਤ ਨਾਲ ਨਹੀਂ ਚੱਲ ਸਕਦੀ। ਮੈਂ ਇਸ ਗੱਲ 'ਤੇ ਬੜਾ ਕਲੀਅਰ ਹਾਂ। ਮਤਲਬ ਉਹਨਾਂ ਦਬੇ ਲਫ਼ਜ਼ਾਂ ਇਹ ਵੀ ਆਖਿਆ ਵੀ ਇਹ ਜਿਹੜੀ ਤੁਸੀਂ ਖਰਾਤ ਖਰੂਤ ਲੈ ਕੇ ਮੁਲਕ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਹਕੂਮਤ, ਇਹ ਮੁਲਕ ਖਰਾਤ ਨਾਲ ਨਹੀਂ ਚੱਲ ਸਕਦੇ। ਉਹਨਾਂ ਕਿਹਾ ਮੁਲਕ ਉਦੋਂ ਹੀ ਚੱਲਣਾ ਹੈ ਜਿਸ ਵੇਲੇ ਤੁਸੀਂ ਆਪਣੇ ਬਾਕੀ ਮਾਮਲਾਤ ਠੀਕ ਕਰੋਗੇ। ਲੇਕਿਨ ਸਾਨੂੰ ਤਾਂ ਆਰਮੀ ਚੀਫ ਆਂਦੇ ਸਨ ਵੀ ਮੈਂ 100 ਅਰਬ ਡਾਲਰ ਦੀ ਇਨਵੈਸਟਮੈਂਟ ਲੈ ਕੇ ਆਉਣੀ, 25 ਅਰਬ ਸਾਊਦੀ ਅਰਬ ਤੋਂ, 25 ਕੁਵੈਤ ਤੋਂ, 25 ਮੇਰਾ ਖਿਆਲ ਕਤਰ ਤੋਂ ਅਤੇ 25 UAE ਤੋਂ। ਆਇਆ ਅਜੇ ਤੱਕ ਇੱਕ ਟਕਾ ਨਹੀਂ। ਅਤੇ ਇਹ ਕਹਿੰਦੇ ਨੇ ਕਿ ਮੁਲਕ ਖਰਾਤ ਨਾਲ ਨਹੀਂ ਚੱਲਣਾ। ਫਿਰ ਦੱਸ ਦਿਓ ਫਿਰ ਕੋਈ, ਮੇਰਾ ਮਤਲਬ ਹੈ ਕਿ ਜਿਹੜਾ ਪਿੰਡ ਬੈਠਾ ਹੈ ਸਾਡਾ, ਤੁਹਾਨੂੰ ਪਤਾ ਹੀ ਹੈ ਕਿ ਬਿਸ਼ਾਰਤਾ ਮਸੱਲੀ, ਉਹ ਵਿਚਾਰੇ ਦੇ ਕੋਲੋਂ ਫਿਰ ਮੁਲਕ ਚਲਵਾ ਲੈਂਦੇ ਜੇ ਤੁਹਾਡੇ ਕੋਲੋਂ ਨਹੀਂ ਚੱਲਦਾ ਸਾਰਿਆਂ ਕੋਲ ਰਲ ਕੇ। ਤੁਹਾਨੂੰ ਲੈ ਕੇ ਆਏ ਸਨ ਚੌਧਰੀ ਨਿਜ਼ਾਮਦੀਨ ਸਾਹਿਬ, ਲੇਕਿਨ ਤੁਸੀਂ ਹੁਣ ਦੱਸ ਦਿਓ ਵੀ ਤੁਹਾਡੇ ਕੋਲੋਂ ਮੁਲਕ ਵੀ ਨਹੀਂ ਚੱਲਦਾ, ਅਤੇ ਫਿਰ ਅੱਗੋਂ ਦੱਸੀਏ ਵੀ ਅੱਗੋਂ ਹੁਣ ਮੇਰਾ ਮਤਲਬ ਹੈ ਇਹਦੇ 'ਤੇ ਅਸੀਂ ਕਰੀਏ ਕੀ। ਅੱਛਾ ਜੀ, ਅੱਗੋਂ ਸ਼ਹਬਾਜ਼ ਸ਼ਰੀਫ ਸਾਹਿਬ ਕਹਿੰਦੇ ਨੇ ਵੀ ਇੱਕ ਦਿਨ ਆਉਣਾ ਜਿੱਦਣ ਅਸੀਂ ਭਾਰਤ ਨੂੰ ਵੀ ਪਿੱਛੇ ਛੱਡ ਦੇਣਾ
ਉਹਨਾਂ ਕਿਹਾ ਅਗਰ ਇੰਜ ਨਾ ਹੋਇਆ ਤਾਂ ਮੇਰਾ ਨਾਂ ਸ਼ਬਾਜ਼ ਸ਼ਰੀਫ ਨਹੀਂ। ਵਜ਼ੀਰ ਆਜ਼ਮ ਨੇ ਮੂੰਹ ਤੇ ਹੱਥ ਫੇਰ ਕੇ ਤੇ ਡੈਸਕ ਦੇ ਉੱਤੇ ਜਿੰਨੇ ਮਾਈਕ ਸਨ ਉਹ ਸੁੱਟ ਦਿੱਤੇ। ਮੇਰਾ ਵੀਰ, ਅਗਰ ਭਾਰਤ ਤੋਂ ਇੰਜ ਅੱਗੇ ਨਿਕਲ ਸਕਦੇ ਹੋਈਏ ਮਾਈਕ ਤੋੜਨ ਨਾਲ, ਤੇ ਫਿਰ ਤੇ ਹਰ ਮੁਲਕ ਹੀ ਮਾਈਕ ਤੋੜ ਲੈ। ਇਹ ਦੂਜੇ ਕੰਮ ਕਰਨੇ ਪੈਣੇ ਨੇ। ਉੱਥੇ ਹੁਣ ਜਮਹੂਰੀਅਤ ਹੈ, ਅਸੀਂ ਅਜੇ ਇੱਥੇ ਸੌਫਟਵੇਅਰ ਡਿਵੈਲਪ ਕਰਨ ਡਏ, ਲੋਕਾਂ ਦੇ ਅਪਡੇਟ ਕਰਨ ਡਏ, ਡਿਵੈਲਪ ਨਹੀਂ ਬਲਕਿ ਅਪਡੇਟ ਕਰਨ ਡਏ। ਤੇ ਥੋੜ੍ਹਾ ਜਿਹਾ ਮੈਂ ਇਹੀ ਕਹਾਂਗਾ ਵੀ ਥੋੜ੍ਹਾ ਜਿਹਾ ਖਿਆਲ ਕਰੋ, ਉਹਨਾਂ ਕੁ ਝੂਠ ਮਾਰੋ ਜਿੰਨਾ ਝੂਠ ਲੋਕੀ ਜਿਹੜੇ ਨੇ ਉਹ ਚੁੱਕ ਲੈਣ। ਤੇ ਤੁਸੀਂ ਜਿਹੜਾ ਝੂਠ ਠੋਕਣ ਡਏ ਹੋ ਉਹ ਚੁੱਕਿਆ ਨਹੀਂ ਜਾ ਸਕਦਾ, ਨਾ ਹੀ ਲੋਕ ਇਸ ਸੂਰਤ ਹਾਲ ਦੇ ਵਿੱਚ ਮੇਰਾ ਖਿਆਲ ਹੈ ਕਿ ਚੁੱਕ ਸਕਣਗੇ। ਅੱਛਾ ਜੀ, ਓਵਰਸੀਜ਼ ਜਿਹੜੇ ਪਾਕਿਸਤਾਨੀ ਨੇ ਉਹਨਾਂ ਨੂੰ ਵੋਟਿੰਗ ਦੀ ਸਹੂਲਤ ਦੇਣ ਦੇ ਬਾਰੇ ਕੇਸ ਦੀ ਸਮਾਅਤ ਹੋਈ ਸੁਪਰੀਮ ਕੋਰਟ ਦੇ ਵਿੱਚ, ਤੇ ਉੱਥੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਜਾ ਕੇ ਆਖਿਆ ਕਿ ਜੀ ਓਵਰਸੀਜ਼ ਪਾਕਿਸਤਾਨੀਆਂ ਨੂੰ ਵੋਟਿੰਗ ਦੀ ਸਹੂਲਤ ਦੇਣੀ ਬਹੁਤ ਹੀ ਗੈਰ ਮਹਿਫੂਜ਼ ਕੰਮ ਹੈ। ਹਾਂਜੀ, ਉਹਨਾਂ ਕਿਹਾ ਇਹਦੇ ਮਗਰ ਇੰਡੀਆ ਵੀ ਪਿਆ ਹੈ ਤੇ ਇਹਦੇ ਮਗਰ ਹੋਰ ਮੁਲਕ ਵੀ ਨੇ। ਜ਼ਰਾ ਚੈੱਕ ਕਰੋ, ਜ਼ਰਾ ਚੈੱਕ ਕਰੋ ਇੱਕ ਵਾਰ ਕੰਮ ਨੂੰ। ਮੈਂ ਤੁਹਾਨੂੰ ਦੱਸਿਆ ਨਾ ਵੀ ਇੱਥੇ ਮੁਲਕੀ ਸਲਾਮਤੀ, ਨੈਸ਼ਨਲ ਸਿਕਿਉਰਿਟੀ, ਮਜ਼ਹਬ, ਹਰ ਸ਼ੈ ਵੇਚਦੇ ਨੇ ਜਦੋਂ ਇਹਨਾਂ ਦਾ ਦਿਲ ਹੋਵੇ। ਹੁਣ ਉਹਨਾਂ ਨੇ ਆਖਿਆ ਵੀ ਅਗਰ ਓਵਰਸੀਜ਼ ਪਾਕਿਸਤਾਨੀਆਂ ਨੇ ਵੋਟ ਪਾ ਲਿਆ ਨਾ ਤੇ ਇਹਦੀ ਸਿਕਿਉਰਿਟੀ ਨਹੀਂ ਰਹਿਣੀ ਜੀ, ਬਹੁਤ ਗੈਰ ਮਹਿਫੂਜ਼ ਹੈ, ਤੇ ਹਿੰਦੁਸਤਾਨ ਵੀ ਮਗਰ ਪਿਆ ਹੈ। ਉਹਨਾਂ ਨੇ ਵੀ ਜਿਸ ਵੇਲੇ ਅਸੀਂ ਇਹ ਖੋਲ੍ਹਿਆ ਨਾ ਓਵਰਸੀਜ਼ ਪਾਕਿਸਤਾਨੀਆਂ ਵਾਸਤੇ ਵੋਟਿੰਗ, ਤੇ ਉਹਨਾਂ ਵਿੱਚ ਕਬਜ਼ਾ ਕਰ ਲੈਣਾ। ਇਹ ਕੌਣ ਲੋਕ ਨੇ ਵੈਸੇ? ਹੁਣ ਇਹਨਾਂ ਨੂੰ ਪਤਾ ਹੈ ਕਿਉਂਕਿ ਓਵਰਸੀਜ਼ ਪਾਕਿਸਤਾਨੀਆਂ ਨੇ ਸਾਰੇ ਦਾ ਸਾਰਾ ਵੋਟ ਦੇਣਾ ਇਮਰਾਨ ਖਾਨ ਨੂੰ। ਇਹ ਡਰੇ ਨੇ ਤੇ ਅਦਾਲਤ ਦੇ ਵਿੱਚ ਜਾ ਕੇ ਹੁਣ ਇਹ ਝੂਠ ਮਾਰਦੇ ਫਿਰਦੇ ਨੇ। ਪਹਿਲਾਂ ਵੀ ਡਾਕਟਰ ਆਰਿਫ ਅਲਵੀ ਸਾਹਿਬ ਨੇ ਵੀ ਬੜੀ ਕੋਸ਼ਿਸ਼ ਕੀਤੀ, ਉਹ ਜਿਹੜੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਸੀ ਉਹ ਤੇ ਜਨਰਲ ਬਾਜਵਾ ਨੇ ਡਕਵਾ ਦਿੱਤੀ। ਇਹ ਸਾਡੇ ਜਿਹੜੇ ਨਿਜ਼ਾਮਦੀਨ ਸਾਹਿਬ ਨੇ ਜਾਂ ਜਿਹੜਾ ਵੀ ਆਰਮੀ ਚੀਫ ਹੁੰਦਾ ਉਸ ਵੇਲੇ, ਉਹ ਚਾਹੁੰਦਾ ਹੀ ਨਹੀਂ ਕਿ ਇਲੈਕਸ਼ਨ ਫ੍ਰੀ ਐਂਡ ਫੇਅਰ ਹੋਵੇ, ਕਿਉਂਕਿ ਅਗਰ ਇਲੈਕਸ਼ਨ ਫ੍ਰੀ ਐਂਡ ਫੇਅਰ ਹੋ ਗਿਆ ਤੇ ਫਿਰ ਇਹ ਹੈ ਜਿਹੜੀ ਫਾਰਮ 47 ਤੇ ਮਰਜ਼ੀ ਦੀਆਂ ਹਕੂਮਤਾਂ ਲਿਆਉਂਦੇ ਨੇ ਤੇ ਫਿਰ ਉਹਨਾਂ ਕੋਲ ਬੂਟ ਪਾਲਿਸ਼ ਕਰਵਾਉਂਦੇ ਨੇ, ਉਹ ਕਿਸ ਤਰ੍ਹਾਂ ਹੋ ਸਕਦਾ ਹੈ। ਖੈਰ, ਮੈਨੂੰ ਇੱਥੋਂ ਦਿਓ ਜੀ ਇਜਾਜ਼ਤ ਤੇ ਰੱਬ ਰੱਖਾ।